ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਕਰ ਰਹੇ ਸੀ ਤੀਜੀ ਜਮਾਤ ਦੀ ਕਿਤਾਬ ਸਵਾਗਤ ਜ਼ਿੰਦਗੀ ਤੇ ਉਹਦਾ ਚੌਥਾ ਪਾਠ ਸ਼ੁਰੂ ਕਰਨ ਜਾ ਰਹੇ ਹਾਂ। ਕਰੀਏ ਪਿਆਰ ਬਣੀਏ ਵਫਾਦਾਰ। ਊੜਾ ਮੇਰੇ ਦਰਿਆ ਖੇਤ ਪਹਾੜ। ਅਸੀਂ ਜਿੱਥੇ ਜੰਮੇ ਪਲੇ ਅਤੇ ਖੇਡੇ ਹੁੰਦੇ ਹਾਂ ਉਸ ਨੂੰ ਮਾਤ ਭੂਮੀ ਕਿਹਾ ਜਾਂਦਾ ਹੈ। ਹਰ ਮਨੁੱਖ ਨੂੰ ਆਪਣੀ ਮਾਤ ਭੂਮੀ ਨਾਲ ਬੜਾ ਪਿਆਰ ਹੁੰਦਾ ਹੈ। ਸਾਡਾ ਪੰਜਾਬ ਬਹੁਤ ਸੋਹਣਾ ਹੈ। ਇੱਥੇ ਬੜਾ ਕੁਝ ਦੇਖਣ ਵਾਲਾ ਹੈ। ਇੱਥੇ ਦਰਿਆ ਹਨ, ਖੇਤ ਹਨ ਅਤੇ ਪਹਾੜ ਹਨ। ਇਹ ਸਾਡੇ ਪੰਜਾਬ ਨੂੰ ਸੋਹਣਾ ਵੀ ਬਣਾਉਂਦੇ ਹਨ ਤੇ ਖੁਸ਼ਹਾਲ ਵੀ ਬਣਾਉਂਦੇ ਹਨ। ਆ ਦੇਖੋ ਪੰਜਾਬ ਦੀ ਗੱਲ ਕੀਤੀ ਹੋਈ ਹੈ ਵੀ ਕਿੰਨਾ ਸੋਹਣਾ ਹੈ। ਅੱਗੇ ਗੱਲ ਕਰਦੇ ਹਾਂ। ਮਹਾਨ ਲੋਕ ਆਪਣੀ ਮਾਤ ਭੂਮੀ ਨਾਲੋਂ ਕਦੇ ਰਿਸ਼ਤਾ ਨਹੀਂ ਤੋੜਦੇ। ਸਾਡੇ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਵੀ ਆਪਣੀ ਮਾਤ ਭੂਮੀ ਨੂੰ ਬਹੁਤ ਪਿਆਰ ਕਰਦੇ ਸਨ। ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ ਕਿਹਾ ਸੀ ਕਿ ਜਦੋਂ ਮੈਂ ਮਰ ਜਾਵਾਂ ਤਾਂ ਮੇਰੀ ਕੁਝ ਰਾਖ ਗੰਗਾ ਨਦੀ ਵਿੱਚ ਵਹਾ ਦੇਣੀ। ਬਾਕੀ ਬਚਦੀ ਰਾਖ ਹਵਾਈ ਜਹਾਜ਼ ਵਿੱਚੋਂ ਉਚਾਈ ਤੇ ਜਾ ਕੇ ਮੇਰੇ ਦੇਸ਼ ਦੇ ਖੇਤਾਂ ਵਿੱਚ ਖਿਲਾਰ ਦਿਓ। ਖੇਤਾਂ, ਦਰਿਆਵਾਂ, ਪਹਾੜਾਂ ਤੇ ਜੰਗਲਾਂ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਜਿਹੜੇ ਕੰਮਾਂ ਨਾਲ ਇਹਨਾਂ ਨੂੰ ਨੁਕਸਾਨ ਹੁੰਦਾ ਹੈ ਉਹ ਕੰਮ ਨਹੀਂ ਕਰਨੇ ਚਾਹੀਦੇ। ਜਿਵੇਂ ਖੇਤਾਂ ਵਿੱਚ ਨਾੜ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਦਰਿਆਵਾਂ ਵਿੱਚ ਗੰਦਗੀ ਨਹੀਂ ਸੁੱਟਣੀ ਚਾਹੀਦੀ। ਪਹਾੜਾਂ ਨੂੰ ਬਿਨਾਂ ਕਾਰਨ ਤੋਂ ਕੱਟਣਾ ਨਹੀਂ ਚਾਹੀਦਾ। ਜੰਗਲਾਂ ਦੀ ਅੰਨ੍ਹੇਵਾਹ ਕਟਾਈ ਨਹੀਂ ਕਰਨੀ ਚਾਹੀਦੀ। ਯਾਨੀ ਕਿ ਕੁਦਰਤ ਜਿਵੇਂ ਹੈ ਉਹਨੂੰ ਉਂਝ ਹੀ ਰੱਖਣਾ ਚਾਹੀਦਾ ਹੈ ਕਿ ਨਹੀਂ ਬੱਚਿਓ? ਆ ਦੇਖੋ ਪੁੱਛੇ ਗਏ ਨੇ ਮੌਖਿਕ ਪ੍ਰਸ਼ਨ। ਜਿਸ ਜਗ੍ਹਾ ਅਸੀਂ ਪੈਦਾ ਹੁੰਦੇ ਹਾਂ ਉਸ ਨੂੰ ਕੀ ਕਹਿੰਦੇ ਹਨ? ਅਸੀਂ ਜਿੱਥੇ ਜੰਮੇ ਪਲੇ ਅਤੇ ਖੇਡੇ ਹੁੰਦੇ ਹਾਂ ਉਸ ਨੂੰ ਮਾਤ ਭੂਮੀ ਕਿਹਾ ਜਾਂਦਾ ਹੈ। ਮਾਤ ਭੂਮੀ ਕਹਿੰਦੇ ਹਨ। ਅਗਲਾ, ਕੀ ਤੁਸੀਂ ਆਪਣੇ ਮਾਤਾ ਪਿਤਾ ਨੂੰ ਦਰਿਆ ਵਿੱਚ ਗੰਦਗੀ ਸੁੱਟਣ ਤੋਂ ਰੋਕੋਗੇ? ਕੀ ਤੁਸੀਂ ਰੋਕੋਗੇ ਆਪਣੇ ਮਾਤਾ ਪਿਤਾ ਨੂੰ ਜੇ ਉਹ ਗੰਦਗੀ ਸਿੱਟ ਰਹੇ ਨੇ? ਹਾਂਜੀ, ਜੀ ਹਾਂ। ਕੀ ਤੁਸੀਂ ਸੱਚਮੁੱਚ ਦੇ ਪਹਾੜ ਦੇਖੇ ਨੇ? ਕੀ ਟੈਲੀਵਿਜ਼ਨ ਉੱਤੇ ਦੇਖੇ ਨੇ? ਨਹੀਂ ਜੀ, ਮੈਂ ਤਾਂ ਸੱਚਮੁੱਚ ਦੇ ਪਹਾੜ ਦੇਖੇ ਨੇ। ਦਿਲ ਛੋਟਾ ਨਾ ਕਰਿਓ ਜੇ ਨਹੀਂ ਦੇਖੇ, ਮੌਕਾ ਮਿਲੇਗਾ। ਤੁਸੀਂ ਕਿਹੜੀ ਫਸਲ ਦਾ ਖੇਤ ਦੇਖਿਆ ਹੈ? ਇਹਦਾ ਉੱਤਰ ਮੈਂ ਇੱਥੇ ਲਿਖ ਦਿੰਦੀ ਹਾਂ। ਸਭ ਤੋਂ ਜ਼ਿਆਦਾ ਪੰਜਾਬ ਵਿੱਚ ਕਣਕ ਦੇਖੀ ਜਾਂਦੀ ਹੈ। ਕਣਕ ਦੇਖੀ ਹੈ ਮੈਂ। ਫਿਰ ਮੈਂ ਹੋਰ ਜਿਹੜੀ ਫਸਲ ਦੇਖੀ ਹੈ ਉਹ ਹੈਗੀ ਚਾਵਲ, ਗੰਨਾ, ਬਾਜਰਾ, ਜਵਾਰ, ਮੱਕੀ, ਜੌਂ ਤੇ ਬਹੁਤ ਸਾਰੇ ਫਲ ਵੀ ਦੇਖੇ ਨੇ ਉਗਦੇ ਹੋਏ। ਠੀਕ ਹੈ। ਅਗਲਾ, ਕੀ ਤੁਸੀਂ ਕੋਈ ਮਾਤ ਭੂਮੀ ਜਾਂ ਪੰਜਾਬ ਨਾਲ ਪਿਆਰ ਵਾਲਾ ਗੀਤ ਸੁਣਿਆ ਹੈ? ਹਾਂਜੀ, ਮੈਂ ਤਾਂ ਸੁਣਿਆ ਹੈ ਆਪਣੇ ਦੇਸ਼ ਨਾਲ ਪਿਆਰ ਵਾਲਾ ਗੀਤ। ਇੱਥੇ ਲਿਖਿਆ ਹੈ, ਅਧਿਆਪਕ YouTube ਤੇ ਕੋਈ ਆਪਣੀ ਮਾਤ ਭੂਮੀ ਜਾਂ ਪੰਜਾਬ ਨਾਲ ਪਿਆਰ ਨੂੰ ਦਰਸਾਉਂਦਾ ਗੀਤ ਸੁਣਾ ਸਕਦਾ ਹੈ। ਅੱਗੇ ਪੜ੍ਹਦੇ ਹਾਂ। ਸਾਡੇ ਦੇਸ਼ ਦੇ ਮਹਾਨ ਲੋਕਾਂ ਬਾਰੇ। ਆਓ ਪੜ੍ਹਦੇ ਹਾਂ ਕੁਝ ਮਹਾਨ ਲੋਕਾਂ ਬਾਰੇ। ਸਾਡੇ ਦੇਸ਼ ਭਾਰਤ ਵਿੱਚ ਬਹੁਤ ਮਹਾਨ ਲੋਕ ਹੋਏ ਹਨ।
ਮਹਾਨ ਲੋਕ ਉਹ ਹੁੰਦੇ ਹਨ ਜੋ ਦੂਜਿਆਂ ਲਈ ਕੋਈ ਵੱਡਾ ਕੰਮ ਕਰਦੇ ਹਨ। ਉਹ ਆਪਣੇ ਲਾਭ ਬਾਰੇ ਘੱਟ ਅਤੇ ਲੋਕਾਂ ਦੇ ਲਾਭ ਬਾਰੇ ਵੱਧ ਸੋਚਦੇ ਹਨ। ਅਜਿਹੇ ਲੋਕਾਂ ਕਰਕੇ ਹੀ ਸਾਡੇ ਦੇਸ਼ ਦਾ ਨਾਂ ਉੱਚਾ ਹੁੰਦਾ ਹੈ। ਅਜਿਹੇ ਲੋਕਾਂ ਕਰਕੇ ਦੇਸ਼ ਅੱਗੇ ਵੱਧਦਾ ਹੈ। ਕੁਝ ਮਹਾਨ ਲੋਕ ਇਹ ਹਨ। ਆਓ ਪੜ੍ਹੀਏ ਕੁਝ ਮਹਾਨ ਲੋਕਾਂ ਦੇ ਨਾਂ। ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਅਜੋਕੇ ਮੱਧ ਪ੍ਰਦੇਸ਼ ਦੀ ਇੱਕ ਫੌਜੀ ਛਾਉਣੀ ਮੋਹ ਵਿੱਚ 1891 ਈਸਵੀ ਵਿੱਚ ਹੋਇਆ। ਉਹਨਾਂ ਨੇ ਕਈ ਮੁਸ਼ਕਿਲਾਂ ਦੇ ਬਾਵਜੂਦ ਸਾਰੀ ਪੜ੍ਹਾਈ ਕੀਤੀ। ਪੜ੍ਹਾਈ ਕਰਨ ਲਈ ਉਹ ਬਾਹਰਲੇ ਦੇਸ਼ਾਂ ਵਿੱਚ ਵੀ ਗਏ। ਸਾਡੇ ਦੇਸ਼ ਦੀ ਕਾਨੂੰਨ ਦੀ ਕਿਤਾਬ ਨੂੰ ਸੰਵਿਧਾਨ ਕਿਹਾ ਜਾਂਦਾ ਹੈ। ਸਾਡੇ ਦੇਸ਼ ਨੂੰ ਜੋ ਚਲਾਉਣ ਵਾਲੀ ਕਿਤਾਬ ਹੈ ਬੱਚਿਓ, ਉਹਨੂੰ ਆਪਾਂ ਸੰਵਿਧਾਨ ਕਹਿੰਦੇ ਹਾਂ। ਠੀਕ ਹੈ, ਇੱਥੇ ਆਏਗਾ ਦੇਸ਼, ਬਿੰਦੀ ਆਏਗੀ ਪੈਰ 'ਚ। ਇਸ ਸੰਵਿਧਾਨ ਦੇ ਨਿਰਮਾਤਾ ਕੌਣ ਨੇ? ਡਾਕਟਰ ਭੀਮ ਰਾਓ ਅੰਬੇਦਕਰ ਹਨ। ਹਾਂਜੀ, ਬਿਲਕੁਲ। ਉਹ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਉਹਨਾਂ ਨੇ ਗਰੀਬਾਂ, ਮਜ਼ਦੂਰਾਂ ਅਤੇ ਔਰਤਾਂ ਲਈ ਬਹੁਤ ਸਾਰੇ ਕਾਨੂੰਨ ਬਣਾਏ। ਉਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਉਹਨਾਂ ਨੂੰ ਸਤਿਕਾਰ ਨਾਲ ਬਾਬਾ ਸਾਹਿਬ ਵੀ ਕਿਹਾ ਜਾਂਦਾ ਹੈ। ਸਾਨੂੰ ਉਹਨਾਂ ਦੇ ਜੀਵਨ ਤੋਂ ਸੰਘਰਸ਼ ਕਰਨ ਦੀ ਸਿੱਖਿਆ ਲੈਣੀ ਚਾਹੀਦੀ ਹੈ। ਕੁਝ ਨਾ ਕੁਝ ਤਾਂ ਸਿੱਖਣਾ ਚਾਹੀਦਾ ਹੈ। ਤੇ ਇਹਨਾਂ ਨੇ ਕਾਨੂੰਨ ਵਿੱਚ ਬਹੁਤ ਬਦਲਾਵ ਕੀਤੇ ਤੇ ਸੰਵਿਧਾਨ ਬਣਾਉਣ ਵਿੱਚ ਵੀ ਇਹਨਾਂ ਦਾ ਮਹੱਤਵਪੂਰਨ ਹੱਥ ਰਿਹਾ ਹੈ। ਅੱਗੇ ਨੇ, ਇਹ ਤਾਂ ਤੁਸੀਂ ਜਾਣਦੇ ਹੋਣਗੇ, ਭਾਰਤ ਲੰਬਾ ਸਮਾਂ ਅੰਗਰੇਜ਼ਾਂ ਦਾ ਗੁਲਾਮ ਰਿਹਾ। ਭਾਰਤ ਨੂੰ ਆਜ਼ਾਦ ਕਰਾਉਣ ਲਈ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ। ਕਈਆਂ ਨੂੰ ਆਪਣੀ ਜਾਨ ਗਵਾਉਣੀ ਪਈ। ਸਰਦਾਰ ਭਗਤ ਸਿੰਘ ਨੇ ਵੀ ਭਾਰਤ ਨੂੰ ਆਜ਼ਾਦ ਕਰਾਉਣ ਲਈ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ। ਭਗਤ ਸਿੰਘ ਦਾ ਜਨਮ 1907 ਈਸਵੀ ਵਿੱਚ ਪਿੰਡ ਬੰਗਾ, ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ। ਅੱਜ ਕੱਲ ਇਹ ਜਗ੍ਹਾ ਪਾਕਿਸਤਾਨ ਵਿੱਚ ਹੈ। ਭਗਤ ਸਿੰਘ ਬੜਾ ਸਮਝਦਾਰ ਅਤੇ ਜੋਸ਼ੀਲਾ ਨੌਜਵਾਨ ਸੀ। ਆਜ਼ਾਦੀ ਦੀ ਲੜਾਈ ਵਿੱਚ ਭਾਗ ਲੈਣ ਕਰਕੇ ਭਗਤ ਸਿੰਘ ਨੂੰ ਉਸਦੇ ਦੋ ਸਾਥੀਆਂ ਸਮੇਤ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ। ਤੇ ਇਹਨਾਂ ਨਾਲ ਜਿਹੜੇ ਦੋ ਲੋਕਾਂ ਨੇ ਸ਼ਹਾਦਤ ਦਿੱਤੀ, ਫਾਂਸੀ ਦਿੱਤੀ ਗਈ ਜਿਨ੍ਹਾਂ ਨੂੰ, ਉਹ ਸੀਗੇ ਰਾਜਗੁਰੂ ਤੇ ਸੁਖਦੇਵ। ਬਲਕਿ 4 ਸੀਗੇ ਜਿਹੇ ਸ਼ਹੀਦ। ਇੱਕ ਤਾਂ ਜੇਲ੍ਹ ਦੇ ਵਿੱਚ ਉਂਝ ਹੀ ਖਤਮ ਹੋ ਗਿਆ ਕਿਉਂਕਿ ਜੇਲ੍ਹ 'ਚ ਰਹਿਣ ਵਾਲੀ ਹਾਲਤ ਨਹੀਂ ਸੀ, ਬਹੁਤ ਗੰਦਾ ਖਾਣਾ ਦਿੱਤਾ ਜਾਂਦਾ ਸੀ। ਇਹ ਜਿਹੀ ਸ਼ਹਾਦਤ ਦਿੱਤੀ ਇਹਨਾਂ ਨੌਜਵਾਨਾਂ ਨੇ। ਅੱਗੇ ਦੱਸਿਆ, ਉਸ ਦੇ ਨਾਲ ਫਾਂਸੀ ਲੱਗਣ ਵਾਲੇ ਸਾਥੀ ਰਾਜਗੁਰੂ ਅਤੇ ਸੁਖਦੇਵ ਸਨ। ਭਾਰਤ ਦੀ ਆਜ਼ਾਦੀ ਲਈ ਆਪਣੀ ਜਾਨ ਵਾਰਨ ਕਰਕੇ ਭਗਤ ਸਿੰਘ ਦਾ ਨਾਂ ਬਹੁਤ ਪ੍ਰਸਿੱਧ ਹੈ। ਇਹਨਾਂ ਨੇ ਆਪਣੀ ਜਾਨ ਦੇ ਕੇ ਇੱਕ ਮੁਹਿੰਮ ਕਾਇਮ ਕੀਤੀ ਵੀ ਦੇਸ਼ ਦੇ ਲਈ ਕਿਸੇ ਨੂੰ ਵੀ ਕੁਝ ਵੀ ਕਰਨਾ ਪੈ ਸਕਦਾ ਹੈ ਤੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਅੱਗੇ ਚੱਲਦੇ ਹਾਂ। ਮਦਰ ਟੈਰੇਸਾ ਦਾ ਜਨਮ 1910 ਵਿੱਚ ਅਲਬਾਨੀਆ ਦੇਸ਼ ਵਿੱਚ ਹੋਇਆ, ਯਾਨੀ ਭਾਰਤ ਵਿੱਚ ਨਹੀਂ ਹੋਇਆ। ਬਾਅਦ ਵਿੱਚ ਉਹ ਭਾਰਤ ਆ ਗਏ। ਭਾਰਤ ਦੇ ਕੋਲਕਾਤਾ ਸ਼ਹਿਰ ਵਿੱਚ ਉਹਨਾਂ ਨੇ ਇੱਕ ਸੰਸਥਾ ਬਣਾ ਕੇ ਗਰੀਬ, ਬਿਮਾਰ ਅਤੇ ਬੇਸਹਾਰਾ ਲੋਕਾਂ ਦੀ 45 ਸਾਲ ਤੱਕ ਸੇਵਾ ਕੀਤੀ। ਭਾਰਤ ਸਰਕਾਰ ਉਸ ਦਾ ਬਹੁਤ ਸਤਿਕਾਰ ਕਰਦੀ ਸੀ, ਬਲਕਿ ਦੁਨੀਆ ਭਰ ਵਿੱਚੋਂ ਉਹਨਾਂ ਨੂੰ ਵੱਡੇ ਵੱਡੇ ਇਨਾਮ, सम्मान मिले सन। कोलकाता विच ही 1997 विच उन्हां दी मौत हो गई। सानू उन्हां दे जीवन तो गरीब अते बेसहारा लोकां दी सेवा करन दी सिक्ख्या लैनी चाहिदी है। हमेशा अपने बारे नहीं सोचना चाहिदा, गरीब ते बेसहारा बारे भी सोचना चाहिदा है। अगे ने
ਡਾਕਟਰ APJ ਅਬਦੁਲ ਕਲਾਮ ਇੱਕ ਪ੍ਰਸਿੱਧ ਵਿਗਿਆਨੀ ਸਨ। ਉਹਨਾਂ ਦਾ ਜਨਮ 1931 ਈਸਵੀ ਵਿੱਚ ਤਾਮਿਲਨਾਡੂ ਰਾਜ ਵਿੱਚ ਹੋਇਆ। ਉਹ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਏ। ਉਹ ਬਚਪਨ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਪਰਿਵਾਰ ਨਾਲ ਕੰਮ ਵੀ ਕਰਾਉਂਦੇ ਸਨ। ਉਹ 2002 ਤੋਂ 2007 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ ਅਤੇ ਉਹਨਾਂ ਨੇ ਕੁਝ ਬਹੁਤ ਵਧੀਆ ਪੁਸਤਕਾਂ ਵੀ ਲਿਖੀਆਂ। ਉਹ ਭਾਵੇਂ ਬਹੁਤ ਮਹਾਨ ਆਦਮੀ ਸਨ, ਪਰ ਉਹਨਾਂ ਦਾ ਰਹਿਣ ਸਹਿਣ ਬਹੁਤ ਸਾਦਾ ਸੀ। ਉਹਨਾਂ ਨੂੰ ਭਾਰਤ ਦੇ ਵੱਡੇ ਵੱਡੇ ਇਨਾਮ ਸਨਮਾਨ ਮਿਲੇ। 2015 ਈਸਵੀ ਵਿੱਚ ਉਹਨਾਂ ਦੀ ਮੌਤ ਹੋ ਗਈ। ਸਾਨੂੰ ਉਹਨਾਂ ਦੇ ਜੀਵਨ ਤੋਂ ਮਿਹਨਤ, ਸਾਦਗੀ ਅਤੇ ਉੱਚੇ ਵਿਚਾਰ ਰੱਖਣ ਦੀ ਸਿੱਖਿਆ ਮਿਲਦੀ ਹੈ। ਅੱਗੇ ਲਿਖਿਆ, ਸਾਰੇ ਮਹਾਨ ਲੋਕਾਂ ਦੇ ਜੀਵਨ ਬਾਰੇ ਇਹ 17 ਬੜੀਆਂ ਦਰੁਸਤ ਲੱਗਦੀਆਂ ਨੇ। ਆਪਣੇ ਸੁੱਖ ਦੀ ਫਿਕਰ ਕਦੇ ਉਹ ਨਹੀਂ ਕਰਦੇ। ਲੋਕਾਂ ਲਈ ਨੇ ਜਿਉਂਦੇ, ਲੋਕਾਂ ਲਈ ਮਰਦੇ। ਹੈ ਕਿ ਨਹੀਂ ਬੱਚਿਓ? ਚਲੋ ਹੁਣ ਅੱਗੇ ਚੱਲਦੇ ਹਾਂ। ਮੌਖਿਕ ਪ੍ਰਸ਼ਨ ਪਹਿਲਾ, ਮਹਾਨ ਲੋਕ ਕੌਣ ਹੁੰਦੇ ਹਨ? ਆ ਦੇਖੋ, ਮਹਾਨ ਲੋਕ ਉਹ ਹੁੰਦੇ ਹਨ ਜੋ ਦੂਜਿਆਂ ਲਈ ਕੋਈ ਵੱਡਾ ਕੰਮ ਕਰਦੇ ਹਨ। ਉਹ ਆਪਣੇ ਲਾਭ ਬਾਰੇ ਘੱਟ ਅਤੇ ਲੋਕਾਂ ਦੇ ਬਾਰੇ ਜ਼ਿਆਦਾ ਸੋਚਦੇ ਨੇ। ਮਹਾਨ ਲੋਕ ਉਹ ਹੁੰਦੇ ਹਨ ਜੋ ਦੂਜਿਆਂ ਲਈ ਕੋਈ ਵੱਡਾ ਕੰਮ ਕਰਦੇ ਹਨ। ਅਗਲਾ, ਆਪਣੇ ਦੇਸ਼ ਦੇ ਮਹਾਨ ਲੋਕਾਂ ਨੂੰ ਕਿਉਂ ਯਾਦ ਰੱਖਣਾ ਚਾਹੀਦਾ ਹੈ? ਕਿਉਂਕਿ ਅਜਿਹੇ ਲੋਕਾਂ ਕਰਕੇ ਹੀ ਸਾਡੇ ਦੇਸ਼ ਦਾ ਨਾਂ ਉੱਚਾ ਹੁੰਦਾ ਹੈ। ਦੂਜਾ, ਕਿਉਂਕਿ ਅਜਿਹੇ ਲੋਕਾਂ ਕਰਕੇ ਸਾਡੇ, ਆਪਾਂ ਇੱਥੇ ਲਿਖ ਸਕਦੇ ਹਾਂ ਹੀ, ਕਰਕੇ ਹੀ ਸਾਡੇ ਦੇਸ਼ ਦਾ ਨਾਂ ਉੱਚਾ ਹੁੰਦਾ ਹੈ। ਅਗਲਾ, ਖਾਲੀ ਥਾਵਾਂ ਭਰੋ। ਆਪਣੇ ਸੁੱਖ ਦੀ ਫਿਕਰ ਕਦੇ ਉਹ ਨਹੀਂ ਕਰਦੇ। ਲੋਕਾਂ ਲਈ ਨੇ ਜਿਉਂਦੇ, ਲੋਕਾਂ ਲਈ ਮਰਦੇ। ਲੋਕਾਂ ਲਈ ਨੇ ਜਿਉਂਦੇ ਤੇ ਲੋਕਾਂ ਲਈ ਮਰਦੇ। ਅੱਗੇ ਮਿਲਾਨ ਕਰੋ। ਸੰਵਿਧਾਨ ਕਿਹਨੇ ਬਣਾਇਆ ਸੀ? ਡਾਕਟਰ BR ਅੰਬੇਦਕਰ ਨੇ। ਸੇਵਾ ਕਿਹਨੇ ਕੀਤੀ? ਮਦਰ ਟੈਰੇਸਾ ਨੇ। ਫਾਂਸੀ ਕਿਹਨੂੰ ਲੱਗੀ ਸੀ? ਸ਼ਹੀਦ ਭਗਤ ਸਿੰਘ ਨੂੰ। ਵਿਗਿਆਨ ਵਿੱਚ ਕੌਣ ਅੱਗੇ ਵਾਧਾ ਗਿਆ ਸੀ? APJ ਅਬਦੁਲ ਕਲਾਮ, ਇੱਕ ਵਿਗਿਆਨਿਕ ਨੇ। ਅੱਗੇ ਲਿਖਿਆ, ਇਹਨਾਂ ਮਹਾਨ ਲੋਕਾਂ ਤੋਂ ਇਲਾਵਾ ਤੁਸੀਂ ਦੇਸ਼ ਦੇ ਹੋਰ ਕਿਹੜੇ ਮਹਾਨ ਲੋਕਾਂ ਦਾ ਨਾਮ ਲੈ ਸਕਦੇ ਹੋ? ਮੈਂ ਨਾਮ ਇੱਥੇ ਲਿਖ ਦਿੰਦੀ ਹਾਂ। ਪੰਜਵੇਂ ਪ੍ਰਸ਼ਨ ਦਾ ਆਨਸਰ ਇੱਕ ਹੈਗੇ ਨੇ ਰਵਿੰਦਰਨਾਥ ਟੈਗੋਰ, ਬਾਲ ਗੰਗਾਧਰ ਤਿਲਕ, महात्मा गांधी, सरदार वल्लभ भाई पटेल ते नेताजी
ਸੁਭਾਸ਼ ਚੰਦਰ ਬੋਸ ਜਿਨ੍ਹਾਂ ਨੇ ਕਿਹਾ ਸੀ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ। ਅੱਗੇ ਚੱਲਦੇ ਹਾਂ। ਅਖੀਰ ਵਿੱਚ ਅਧਿਆਪਕ ਉਪਰੋਕਤ 4 ਸ਼ਖਸੀਅਤਾਂ ਸਮੇਤ ਦੇਸ਼ ਦੀਆਂ ਹੋਰ ਮਹਾਨ ਸ਼ਖਸੀਅਤਾਂ ਬਾਰੇ ਜਾਣਨ ਦੀ ਉਤਸੁਕਤਾ ਪੈਦਾ ਕਰੇਗਾ। ਉਹ ਵਿਦਿਆਰਥੀਆਂ ਨੂੰ ਰੀਡਿੰਗ ਕਾਰਨਰ ਵਿੱਚ ਲਿਜਾ ਕੇ ਦੇਸ਼ ਦੇ ਮਹਾਨ ਲੋਕਾਂ ਨਾਲ ਸੰਬੰਧਿਤ ਕਿਤਾਬਾਂ ਦਿਖਾ ਕੇ ਮਹਾਨ ਲੋਕਾਂ ਦੀ ਕੁਝ ਨਾਵਾਂ ਦੀ ਇੱਕ ਲਿਸਟ ਤਿਆਰ ਕਰੇਗਾ। ਤੇ ਆਪਾਂ ਤਾਂ ਮਹਾਨ ਲੋਕਾਂ ਦੀ ਲਿਸਟ ਤਿਆਰ ਕਰ ਲਈ ਹੈ। ਠੀਕ ਹੈ ਬੇਟਾ। ਅੱਗੇ ਹੈ ਪਿਆਰ ਹੋਣਾ ਚਾਹੀਦਾ ਹੈ। ਇਹੋ ਜਿਹਾ ਸਾਡਾ ਸੰਸਾਰ ਹੋਣਾ ਚਾਹੀਦਾ ਹੈ। ਹਰ ਪਾਸੇ ਪਿਆਰ ਹੀ ਪਿਆਰ ਹੋਣਾ ਚਾਹੀਦਾ ਹੈ। ਮਿਲ ਜੁਲ ਰਹਿਣ ਦਾ ਨਜ਼ਾਰਾ ਬੜਾ ਆਉਂਦਾ ਹੈ। ਖੁਸ਼ੀਆਂ 'ਚ ਦਿਲ ਉਦੋਂ ਗਾਣੇ ਜਿਹੇ ਗਾਉਂਦਾ ਹੈ। ਇੱਕ ਦੂਜੇ ਉੱਤੇ ਇਤਬਾਰ ਹੋਣਾ ਚਾਹੀਦਾ ਹੈ। ਇਹੋ ਜਿਹਾ ਸਾਡਾ ਸੰਸਾਰ ਹੋਣਾ ਚਾਹੀਦਾ ਹੈ ਕਿ ਨਹੀਂ ਬੱਚਿਓ? ਆਓ ਇੱਕ ਵਾਰ ਫੇਰ ਤੋਂ ਗਾ ਲਈਏ। ਇਹੋ ਜਿਹਾ ਸਾਡਾ ਸੰਸਾਰ ਹੋਣਾ ਚਾਹੀਦਾ ਹੈ। ਹਰ ਪਾਸੇ ਪਿਆਰ ਹੀ ਪਿਆਰ ਹੋਣਾ ਚਾਹੀਦਾ ਹੈ। ਮਿਲ ਜੁਲ ਰਹਿਣ ਦਾ ਨਜ਼ਾਰਾ ਬੜਾ ਆਉਂਦਾ ਹੈ। ਇਹ ਖੁਸ਼ੀਆਂ 'ਚ ਦਿਲ ਉਦੋਂ ਗਾਣੇ ਜਿਹੇ ਗਾਉਂਦਾ ਹੈ। ਇੱਕ ਦੂਜੇ ਉੱਤੇ ਇਤਬਾਰ ਹੋਣਾ ਚਾਹੀਦਾ ਹੈ। ਇਹੋ ਜਿਹਾ ਸਾਡਾ ਸੰਸਾਰ ਹੋਣਾ ਚਾਹੀਦਾ ਹੈ। ਕਦੇ ਨਾ ਕਿਸੇ ਦੇ ਨਾਲ ਕੌੜਾ ਬੋਲ ਬੋਲੀਏ। ਬੋਲਣ ਤੋਂ ਪਹਿਲਾਂ ਹਰ ਬੋਲ ਸਦਾ ਤੋਲੀਏ। ਈਰਖਾ ਤੇ ਵੈਰ ਦਿਲੋਂ ਬਾਹਰ ਹੋਣਾ ਚਾਹੀਦਾ ਹੈ। ਇਹੋ ਜਿਹਾ ਸਾਡਾ ਦੂਜਿਆਂ ਦੇ ਬਾਰੇ ਵੀ ਤਾਂ ਚੰਗਾ ਚੰਗਾ ਸੋਚੀਏ। ਆਪਣੇ ਹੀ ਵਾਸਤੇ ਨਾ ਸਾਰਾ ਕੁਝ ਲੋਚੀਏ। ਹਰ ਇੱਕ ਦਾ ਹੀ ਬੇੜਾ ਪਾਰ ਹੋਣਾ ਚਾਹੀਦਾ। ਇਹੋ ਜਿਹਾ ਸਾਡਾ ਜੰਗਾਂ ਤੇ ਲੜਾਈਆਂ ਵਿੱਚ ਕੱਖ ਨਹੀਂ ਰੱਖਿਆ। ਦੱਸਦੇ ਨੇ ਜਿਨ੍ਹਾਂ ਨੇ ਸਵਾਦ ਹੈ ਚਖਿਆ। ਦੁਨੀਆ ਇਹ ਇੱਕ ਪਰਿਵਾਰ ਹੋਣਾ ਚਾਹੀਦਾ ਹੈ। ਇਹੋ ਜਿਹਾ ਸਾਡਾ ਸੰਸਾਰ ਹੋਣਾ ਚਾਹੀਦਾ ਹੈ। ਵੈਰ ਨਹੀਂ ਕਰਨਾ ਚਾਹੀਦਾ। ਅੱਗੇ ਹੈਗੇ ਨੇ ਬੱਚਿਓ ਮੌਖਿਕ ਪ੍ਰਸ਼ਨ। ਇੱਥੇ ਪੁੱਛਿਆ ਸਾਰਾ ਸੰਸਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ? ਜਿੱਥੇ ਪਿਆਰ ਹੀ ਪਿਆਰ ਹੋਵੇ ਜਾਂ ਜਿੱਥੇ ਜੰਗ ਲੱਗੀ ਹੋਵੇ? ਜਿੱਥੇ ਪਿਆਰ ਹੀ ਪਿਆਰ ਹੋਵੇ। ਅੱਗੇ ਲਿਖਿਆ ਸਾਨੂੰ ਕੀ ਬੋਲਣਾ ਚਾਹੀਦਾ ਹੈ? ਜੋ ਮੂੰਹ ਵਿੱਚ ਆਵੇ ਜਾਂ ਸਿਰਫ ਚੰਗੇ ਬੋਲ? ਸਿਰਫ ਚੰਗੇ ਬੋਲ। ਇਹ ਦੁਨੀਆ ਇੱਕ ਪਰਿਵਾਰ ਵਾਂਗ ਕਦੋਂ ਹੋਵੇਗੀ? ਜਦੋਂ ਸਾਰੇ ਲੋਕ ਪਿਆਰ ਨਾਲ ਰਹਿਣਗੇ ਜਾਂ ਜਦੋਂ ਲੋਕ ਇੱਕ ਦੂਜੇ ਦੀ ਪਰਵਾਹ ਨਹੀਂ ਕਰਨਗੇ? ਇਹ ਦੁਨੀਆ ਇੱਕ ਪਰਿਵਾਰ ਵਾਂਗ ਉਦੋਂ ਹੋਏਗੀ ਜਦੋਂ ਸਾਰੇ ਲੋਕ ਪਿਆਰ ਨਾਲ ਰਹਿਣਗੇ। ਤੇ ਅਧਿਆਪਕ ਵਿਦਿਆਰਥੀਆਂ ਨੂੰ ਆਪਸ ਵਿੱਚ ਪਿਆਰ ਨਾਲ ਰਹਿਣ ਦੀ ਲੋੜ ਅਤੇ ਮਹੱਤਤਾ ਬਾਰੇ ਦੱਸੇਗਾ। ਉਹ ਉਹਨਾਂ ਨੂੰ ਜੰਗਾਂ ਵਿੱਚ ਹੋਈ ਤਬਾਹੀ ਬਾਰੇ ਦੱਸ ਕੇ ਪਿਆਰ ਨਾਲ ਰਹਿਣ ਦਾ ਸੰਦੇਸ਼ ਦੇਵੇਗਾ। ਤੇ ਇਹ ਸੀ ਬੱਚਿਓ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਸੀਂ ਕੁਝ ਵਧੀਆ ਸਿੱਖਿਆ ਹੋਵੇਗਾ। ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ। ਤਦ ਤੱਕ ਸਤਿ ਸ਼੍ਰੀ ਅਕਾਲ। ਧਿਆਨ ਰੱਖਿਓ।